ਕੈਨੇਡਾ ਦੇ ਵਿੱਚ 700 ਸਟੂਡੈਂਟਸ ਜਿਨ੍ਹਾਂ ਦੇ ਉੱਪਰ ਡੈਪੂਟੇਸ਼ਨ ਦੀ ਤਲਵਾਰ ਲਟਕ ਰਹੀ ਹੈ, ਕਿੰਨੀ ਦੇਰ ਤੱਕ ਇੱਥੇ ਰੁਕ ਸਕਣਗੇ? ਇਹ ਇਸ ਵੇਲੇ ਵੱਡਾ ਸਵਾਲ ਹੈ। ਅਜੇ ਮੈਨੂੰ ਲੱਗਦਾ ਬਹੁਤ ਸਾਰੇ ਬੱਚਿਆਂ ਦੇ ਪੇਰੈਂਟਸ ਨੂੰ ਨਹੀਂ ਪਤਾ ਹੋਣਾ ਵੀ ਉਹ ਧਰਨੇ ਤੇ ਬੈਠੇ ਆ, ਇਸ ਤਰ੍ਹਾਂ ਦੀ ਸਿਚੁਏਸ਼ਨ ਤੋਂ ਜੂਝ ਰਹੇ ਨੇ। ਪੰਜਾਬ ਸਰਕਾਰ ਤਾਂ ਇਹ ਕਹਿੰਦੀ ਹੈ, NRI ਮਿਨਿਸਟਰ ਕੁਲਦੀਪ ਸਿੰਘ ਧਾਲੀਵਾਲ ਕਹਿੰਦੇ ਨੇ ਅਸੀਂ ਐਜ਼ ਅ ਸਬਜੈਕਟ IELTS ਨੂੰ ਕਾਲਜਸ ਦੇ ਵਿੱਚ ਪੜਾਵਾਂਗੇ ਤਾਂ ਕਿ ਬੱਚਿਆਂ ਨੂੰ ਬਾਹਰੋਂ ਫਰਾਡ ਤੋਂ ਬਚਾਇਆ ਜਾ ਸਕੇ। ਯਾਨੀ ਸਰਕਾਰ ਵੀ ਇਹ ਕਲੀਅਰ ਹੈਗੀ ਹੈ ਕਿ ਅਸੀਂ ਬੱਚਿਆਂ ਨੂੰ ਇੱਥੇ ਨਾ ਰੱਖੀਏ, ਬਾਹਰ ਭੇਜ ਦਈਏ, ਆਪਣੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਈਏ। ਇਹ ਨਹੀਂ ਅਸੀਂ ਕਹਿੰਦੇ ਕੈਨੇਡਾ 'ਚ ਕਰਪਸ਼ਨ ਹੈ ਨਹੀਂ, ਇੱਥੇ ਵੀ ਕਰਪਸ਼ਨ ਹੈਗੀ ਹੈ, ਇੱਥੇ ਵੀ ਡੀਲਿੰਗਸ ਹੁੰਦੀਆਂ ਨੇ। ਆਊਟ ਆਫ ਡੈਸਪਰੇਟ ਮੈਜਰਸ ਤੁਸੀਂ ਵਿਆਹ ਕਰਾ ਲਓ, ਸਿਟੀਜ਼ਨ ਨਾਲ ਕਰਾ ਲਓ, ਕਿਸੇ ਹੋਰ ਨਾਲ ਕਰਾ ਲਓ। ਛੋਟੀ ਉਮਰ ਹੈ, ਅਸੀਂ ਬੜੇ ਸਾਰੇ ਇੱਥੇ ਕੇਸ ਦੇਖਦੇ ਹਾਂ ਕਿ ਛੋਟੀਆਂ ਬੱਚੀਆਂ ਜਿਹੜੀਆਂ ਆਈਆਂ, ਸਮਝ ਕੋਈ ਨਹੀਂ ਸੀ, ਪੈਸਾ ਜਲਦੀ ਕਮਾਉਣਾ ਸੀ ਤੇ ਫਿਰ ਉਹ ਜਲਦੀ ਪੈਸਾ ਕਮਾਉਣ ਦੇ ਲਈ ਕਿਹੜੇ ਰਾਵਾਂ ਤੇ ਪੈ ਗਏ। ਇਸ ਦੇ ਬੜੇ ਸਾਰੇ ਕੇਸ ਨੇ। ਹਰ ਪਾਸੇ ਕੈਨੇਡਾ ਦੇ ਵਿੱਚ 700 ਸਟੂਡੈਂਟਸ ਜਿਨ੍ਹਾਂ ਦੇ ਉੱਪਰ ਡੈਪੂਟੇਸ਼ਨ ਦੀ ਤਲਵਾਰ ਲਟਕ ਰਹੀ ਹੈ। ਅਜੇ ਮਾਮਲਾ ਸੁਲਝ ਨਹੀਂ ਗਿਆ ਹੈ। ਬੇਸ਼ੱਕ ਉਹਨਾਂ ਦੇ ਉੱਪਰ ਟੈਂਪਰੇਰੀ ਸਟੇ ਲਗਾ ਦਿੱਤੀ ਗਈ ਹੈ, ਪਰ ਉਹ ਕਿੰਨੀ ਦੇਰ ਤੱਕ ਇੱਥੇ ਰੁਕ ਸਕਣਗੇ, ਇਹ ਇਸ ਵੇਲੇ ਵੱਡਾ ਸਵਾਲ ਹੈ। ਤੇ ਹੁਣ ਜਦੋਂ ਇਹ ਡੈਪੂਟੇਸ਼ਨ ਦਾ ਮਾਮਲਾ ਸਾਹਮਣੇ ਆਇਆ ਤੇ ਪੂਰੇ ਮੁਲਕਾਂ ਦੇ ਵਿੱਚ, ਖਾਸ ਤੌਰ ਤੇ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ, ਉਹ ਪਰਿਵਾਰ ਤਾਂ ਡਰੇ ਜਿਨ੍ਹਾਂ ਦੇ ਬੱਚਿਆਂ ਦੇ ਨਾਲ ਇਹ ਸਭ ਕੁਝ ਹੋ ਰਿਹਾ ਹੈ, ਪਰ ਉਸ ਦੇ ਨਾਲ ਆਸ-ਪਾਸ ਦੇ ਲੋਕਾਂ ਦੇ ਵਿੱਚ ਵੀ ਇੱਕ ਗੱਲ ਆਉਣੀ ਸ਼ੁਰੂ ਹੋ ਗਈ ਕਿ ਆਖਿਰਕਾਰ ਵਾਕਈ ਦੇ ਵਿੱਚ ਇਹ ਸਾਡੇ ਬੱਚਿਆਂ ਦਾ ਭਵਿੱਖ ਹੈ। ਐਡੀ ਕੀ ਮਜਬੂਰੀ ਹੋ ਗਈ ਹੈ ਕਿ ਅਸੀਂ ਇੰਨਾ ਪੈਸਾ ਲਾ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਹਾਂ, ਇਹ ਸੋਚ ਕੇ ਕਿ ਉਹਨਾਂ ਦਾ ਫਿਊਚਰ ਸਿਕਿਉਰ ਹੋਵੇਗਾ, ਪਰ ਸਿਕਿਉਰ ਤਾਂ ਉਹ ਫਿਰ ਵੀ ਨਹੀਂ ਹੁੰਦਾ। ਪੰਜਾਬੀ ਲਿੰਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਅੰਮ੍ਰਿਤ ਵਿਰਦੀ ਤੇ ਅੱਜ ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਆਖਿਰਕਾਰ ਬਾਹਰ ਜਾਣਾ ਕਿੰਨਾ ਕੁ ਜ਼ਰੂਰੀ, ਜਾਂ ਇਹ ਮਜਬੂਰੀ, ਜਾਂ ਫਿਰ ਸਿਰਫ ਇਹ ਭੇਡ ਚਾਲ ਬਣ ਕੇ ਰਹਿ ਗਿਆ। ਤੇ ਇਸ ਪੇਸ਼ਕਸ਼ ਦੇ ਵਿੱਚ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਸ਼ੁਭਕਰਮਨ ਸਿੰਘ ਧਾਲੀਵਾਲ। ਸ਼ੁਭਕਰਮਨ, ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਅੰਮ੍ਰਿਤ, ਬਹੁਤ ਧੰਨਵਾਦ ਅੰਮ੍ਰਿਤ। ਸ਼ੁਭਕਰਮਨ, ਸਭ ਤੋਂ ਪਹਿਲਾਂ ਇਹ ਸਵਾਲ ਆਉਂਦਾ ਹੈ ਕਿ ਆਖਿਰਕਾਰ ਅਸੀਂ ਸ਼ੁਰੂ ਦੇ ਵਿੱਚ ਮੰਨਿਆ ਸੀ ਕਿ ਲੋਕ ਕਹਿੰਦੇ ਨੇ ਕਿ ਨਹੀਂ, ਅਸੀਂ ਹਾਇਰ ਸਟੱਡੀਜ਼ ਦੇ ਲਈ ਬਾਹਰ ਜਾਂਦੇ ਹਾਂ ਤੇ ਕਈ ਵਾਪਸ ਆ ਜਾਂਦੇ ਨੇ। ਫਿਰ ਉਸ ਤੋਂ ਬਾਅਦ ਆਇਆ ਕਿ ਨਹੀਂ, ਅਸੀਂ ਆਪਣਾ ਬਿਹਤਰ ਭਵਿੱਖ ਬਣਾਉਣ ਦੇ ਲਈ ਜਾਂਦੇ ਹਾਂ। ਪਰ ਹੁਣ ਇਸ ਵੇਲੇ ਇਹ ਸਵਾਲ ਆ ਰਿਹਾ ਕਿ ਜਿਸ ਹਿਸਾਬ ਦੇ ਨਾਲ ਲੱਖਾਂ ਦੇ ਵਿੱਚ 6 ਲੱਖ 7 ਲੱਖ ਹਰ ਸਾਲ ਦੀ ਐਵਰੇਜ ਹੈ ਨੌਜਵਾਨਾਂ ਦੀ ਆਉਣ ਦੀ, ਕਿ ਸਾਰਿਆਂ ਦੀ ਮਜਬੂਰੀ ਹੋ ਗਈ ਹੈ ਜਾਂ ਤੁਹਾਨੂੰ ਲੱਗਦਾ ਕਿ ਇਹ ਭੇਡ ਚਾਲ ਹੈ? ਦੇਖੋ, ਦੋਨੋਂ ਹੀ ਐਸਪੈਕਟਸ ਹੈਗੇ ਨੇ, ਦੋਨੋਂ ਹੀ ਗੱਲਾਂ 'ਚ ਦਮ ਹੈ। ਮਜਬੂਰੀ ਇਸ ਕਰਕੇ ਕਿਉਂਕਿ ਪੰਜਾਬ ਦੇ ਅੰਦਰ ਰੁਜ਼ਗਾਰ ਨਹੀਂ ਮਿਲ ਰਿਹਾ। ਜੇ ਬੰਦਾ ਆਪਦਾ ਕੋਈ ਕੰਮ ਕਰਨਾ ਸ਼ੁਰੂ ਕਰਨਾ ਚਾਹੁੰਦਾ ਹੈ, ਦੇਖੋ ਅਮਰਿਤ, ਜੇ ਕੈਨੇਡਾ ਦਾ ਇੱਕ ਜਿਹੜਾ ਸਟਰੋਂਗੈਸਟ ਪੁਆਇੰਟ ਇਹ ਹੈ, ਜੇ ਤੁਸੀਂ ਜੌਬ ਕਰ ਰਹੇ ਹੋ ਤੇ ਤੁਸੀਂ ਜੌਬ ਛੱਡਦੇ ਹੋ ਤੇ ਉਸ ਤੋਂ ਥੋੜਾ ਤੁਸੀਂ ਡਿਸਾਈਡ ਕਰਦੇ ਹੋ ਵੀ ਤੁਸੀਂ ਊਬਰ ਚਲਾਉਣੀ ਹੈ ਜਾਂ ਤੁਸੀਂ ਆਪਣਾ ਬਿਜ਼ਨਸ ਕਰਨਾ ਹੈ, ਤਾਂ ਤੁਹਾਡੇ ਵਾਸਤੇ ਸਿਰਫ ਰਜਿਸਟ੍ਰੇਸ਼ਨ ਕਰਾਉਣਾ, ਜਿਹੜੀ ਫਾਰਮਲ ਪ੍ਰੋਸੈਸ ਕਰਨਾ, ਉਹ ਕਰਾ ਕੇ ਕੰਪਨੀ ਰਜਿਸਟਰ ਕਰਾ ਕੇ ਤੁਸੀਂ ਆਪਣਾ ਬਿਜ਼ਨਸ ਨਾਲ ਦੀ ਨਾਲ ਸ਼ੁਰੂ ਕਰ ਸਕਦੇ ਹੋ। ਤੁਹਾਨੂੰ ਇਹ ਗੱਲ ਫਿਕਰ ਕਰਨ ਦੀ ਲੋੜ ਨਹੀਂ ਵੀ ਮੈਂ ਜੇ ਕੋਈ ਅਫਸਰ ਕੋਲੇ ਜਾਣਾ, ਮੈਂ ਪੈਸੇ ਦੇਣੇ ਹੈ, ਮੈਂ ਕਿੰਨੇ ਲੈਵਲਸ ਤੇ ਪੈਸੇ ਦੇਣੇ ਹੈ। ਇਹ ਬਹੁਤ ਵੱਡਾ ਇੱਕ ਇੱਥੇ ਸਿਸਟਮ ਜਿਹੜਾ ਬਣਾਇਆ ਹੋਇਆ ਆਮ ਬੰਦੇ ਵਾਸਤੇ, ਉਹ ਇਸ ਚੀਜ਼ ਦਾ ਐਸੈਟ ਹੈ, ਪਲੱਸ ਪੁਆਇੰਟ ਹੈ, ਐਡਵਾਂਟੇਜ ਹੈ। ਤੁਸੀਂ ਅੱਜ ਉੱਠਦੇ ਹੋ, ਤੁਸੀਂ ਕਹਿੰਦੇ ਹੋ ਮੈਂ ਜੌਬ ਨਹੀਂ ਕਰਨੀ, ਤੁਸੀਂ ਆਪਣਾ ਰਿਜ਼ਾਈਨ ਪਾਉਣੇ ਹੋ ਤੇ ਤੁਸੀਂ ਆਪਣਾ ਬਿਜ਼ਨਸ ਕੁਝ ਸਟਾਰਟ ਕਰਨਾ ਚਾਹੁੰਦੇ, ਤੁਹਾਡੇ ਵਾਸਤੇ ਸਿੱਧੀ ਓਪਰਚੁਨਿਟੀ ਹੈ। ਆਪਦੀ ਮਿਹਨਤ ਕਰੋ ਦੱਬ ਕੇ ਤੇ ਉਸ ਤੋਂ ਬਾਅਦ ਉਸਦੇ ਰਿਜ਼ਲਟਸ, ਨਤੀਜੇ ਆਉਣਗੇ ਤੇ ਤੁਹਾਨੂੰ ਸਰਕਾਰ ਸਪੋਰਟ ਵੀ ਕਰੂਗੀ। ਇਹ ਹੈਗਾ ਇੱਕ ਐਸਪੈਕਟ। ਸੈਕਿੰਡ ਗੱਲ ਹੈਗੀ ਹੈ ਵੀ ਇੱਕ ਸਿਸਟਮ ਬਣਿਆ ਹੋਇਆ ਜਿਹਦੇ ਅੰਦਰ ਤੁਹਾਨੂੰ ਕਰਪਸ਼ਨ ਹੈਗਾ, ਕਰਪਸ਼ਨ ਫ੍ਰੀ ਹੈ ਆਮ ਬੰਦਿਆਂ ਵਾਸਤੇ ਇੱਕ ਲੈਵਲ ਤੱਕ। ਇਹ ਨਹੀਂ ਅਸੀਂ ਕਹਿੰਦੇ ਕੈਨੇਡਾ 'ਚ ਕਰਪਸ਼ਨ ਹੈ ਨਹੀਂ, ਇੱਥੇ ਵੀ ਕਰਪਸ਼ਨ ਹੈਗੀ ਹੈ, ਇੱਥੇ ਵੀ ਡੀਲਿੰਗਸ ਹੁੰਦੀਆਂ ਨੇ, ਚਾਹੇ ਉਹ ਇਲੈਕਸ਼ਨ 'ਚ ਹੋਣ ਜਾਂ ਉਸ ਤੋਂ ਇਲਾਵਾ ਹੋਣ। ਬਟ ਐਟ ਦ ਸੇਮ ਟਾਈਮ ਆਮ ਬੰਦੇ ਵਾਸਤੇ ਜਿਹਨੇ ਗਰੋ ਕਰਨਾ ਹੈ, ਬਹੁਤ ਸਾਰੀਆਂ ਓਪਰਚੁਨਿਟੀਜ਼ ਹੈਗੀਆਂ ਨੇ। ਜੇ ਤੁਸੀਂ ਪੰਜਾਬ ਦੀ ਗੱਲ ਕਰ ਲਓ ਸਪੈਸੀਫਿਕਲੀ, ਤਾਂ ਉੱਥੇ ਸਿਸਟਮ ਨਹੀਂ ਹੈ। ਜੇ ਹੁਣ ਕਬੂਤਰਬਾਜ਼ੀ ਏਜੰਟਾਂ ਦੀ ਹੀ ਆਪਾਂ ਗੱਲ ਕਰ ਲਈਏ, ਜਿਹੜੇ ਬੱਚਿਆਂ ਨੂੰ ਭੇਜਦੇ ਨੇ, ਕੀ ਉਹ ਛਿੱਲ ਨਹੀਂ ਲਾਉਂਦੇ ਬੱਚਿਆਂ ਦੀ, ਉਹਨਾਂ ਦੇ ਮਾਪਿਆਂ ਦੀ ਹਾਰਡ ਅਰਨਡ ਮਨੀ ਦੀ? ਤੇ ਇਹ ਜਿਸ ਤਰ੍ਹਾਂ ਠੱਗੀਆਂ ਠੋਰੀਆਂ ਵੱਜ ਰਹੀਆਂ ਲਗਾਤਾਰ, ਇਸ ਦੇ ਉੱਤੇ ਕਿਸੇ ਨੇ ਕੋਈ ਧਿਆਨ ਦਿੱਤਾ ਹੀ ਨਹੀਂ। ਖਾਨਾ ਪੂਰਤੀ ਵਰਗੀ ਇੱਕ ਐਕਸਰਸਾਈਜ਼ ਕਰ ਦਿੱਤੀ। ਸ਼ੁਭਕਰਮਨ, ਅਸੀਂ ਇਹ ਕਿਉਂ ਸੋਚ ਕੇ ਬੈਠ ਗਏ? ਅੱਛਾ, ਤੁਸੀਂ ਦੇਖੋ, ਸਟੂਡੈਂਟ ਵੀਜ਼ੇ ਜਦੋਂ ਲੱਗਦੇ ਨੇ, ਆਲਮੋਸਟ 20 ਤੋਂ 25 ਲੱਖ ਦਾ ਇੱਕ ਬੇਸਿਕ ਖਰਚਾ ਜਿਹੜਾ ਆਉਣਾ ਹੀ ਆਉਣਾ ਹੈ, ਔਰ ਇਹ ਹਰ ਪੇਰੈਂਟਸ ਨੂੰ ਪਤਾ ਵੀ ਹੁੰਦਾ ਹੈ, ਔਰ ਮੋਸਟਲੀ ਉਹਨਾਂ ਦੇ ਵਿੱਚੋਂ ਕਰਜ਼ਾ ਚੁੱਕ ਕੇ ਆਏ ਹੁੰਦੇ ਨੇ, ਕਿਉਂਕਿ ਜਿਹਨੂੰ ਹੁੰਦਾ ਹੈ ਕਿ ਜੇ ਸਾਡੇ ਕੋਲ 25 ਲੱਖ ਹੋਵੇ ਤੇ ਅਸੀਂ ਬਾਹਰ ਕਿਉਂ ਜਾਈਏ। ਬਟ ਹੁਣ ਔਨ ਦਾ ਅਦਰ ਸਾਈਡ ਉਹ ਵੀ ਫੈਮਿਲੀਜ਼ ਲਈ ਜਿਨ੍ਹਾਂ ਦੇ ਲਈ 25 ਲੱਖ ਕੋਈ ਵੱਡੀ ਚੀਜ਼ ਨਹੀਂ ਹੈ, ਉਹ ਕੈਸ਼ 25 ਲੱਖ ਦੇ ਕੇ ਆਪਣੇ ਬੱਚਿਆਂ ਨੂੰ ਭੇਜਦੇ ਨੇ। ਦੈਟ ਮੀਨ ਕਿ ਉਹਨਾਂ ਦੇ ਕੋਲ ਕੋਈ ਕਮੀ ਨਹੀਂ ਹੈ। ਬਟ ਤੁਸੀਂ ਹੁਣ ਦੇਖੋ ਕਿ ਅੱਜ ਕੱਲ੍ਹ ਬੜੇ ਸਾਰੇ ਪੇਰੈਂਟਸ ਨੇ ਜਿਨ੍ਹਾਂ ਦੇ ਮੂੰਹ ਤੁਸੀਂ ਸੁਣਦੇ ਹੋ, ਅੱਛਾ ਕਿ ਬੱਚੇ ਨੇ ਕੀ ਕਰਨਾ, ਨਹੀਂ ਜੀ ਇਹਨੂੰ ਤਾਂ +2 ਕਰਾ ਕੇ ਬਾਹਰ ਭੇਜਣਾ, ਯਾਨੀ ਅਸੀਂ ਉਸ ਦੇ ਜੰਮਣ ਤੇ ਨਾਲ ਹੀ ਡਿਸਾਈਡ ਕਰ ਲਿੱਤਾ ਕਿ ਉਹ ਬਾਹਰ ਜਾਵੇਗਾ। ਦੂਜਾ ਮੇਰਾ ਪੁਆਇੰਟ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ, ਜਿਨ੍ਹਾਂ ਨੂੰ ਸ਼ਾਇਦ ਅਸੀਂ ਇਕੱਲੇ ਕਦੀ ਬੱਸ ਦੇ ਵਿੱਚ ਸਫ਼ਰ ਕਰਨ ਨੂੰ ਨਹੀਂ ਭੇਜਿਆ ਹੁੰਦਾ, ਅਸੀਂ ਇਕੱਲੇ ਉਹਨਾਂ ਨੂੰ ਕੈਨੇਡਾ ਭੇਜਣ ਦੇ ਲਈ ਤਿਆਰ ਹਾਂ, ਅਮਰੀਕਾ ਭੇਜਣ ਦੇ ਲਈ ਤਿਆਰ ਹਾਂ, ਪਰ ਆਪਣੇ ਦੇਸ਼ ਦੇ ਵਿੱਚ ਅਸੀਂ ਆਊਟ ਆਫ ਸਟੇਟ ਨਹੀਂ ਜਾਣ ਦੇਵਾਂਗੇ, ਅਸੀਂ ਬੈਂਗਲੁਰੂ ਨਹੀਂ ਜਾਣ ਦੇਵਾਂਗੇ, ਅਸੀਂ ਹੈਦਰਾਬਾਦ ਨਹੀਂ ਜਾਣ ਦੇਵਾਂਗੇ ਕਿ ਨਹੀਂ ਉਹ IT ਹੱਬ ਨੇ, ਪੈਸਾ ਤਾਂ ਉੱਥੇ ਵੀ ਕਮਾਇਆ ਜਾ ਸਕਦਾ ਹੈ, ਪਰ ਸਟੇਟ ਤੋਂ ਬਾਹਰ ਨਹੀਂ ਜਾਣਾ, ਦੇਸ਼ ਤੋਂ ਬਾਹਰ ਚਲੇ ਜਾਓ।
ਬਿਲਕੁਲ ਸਹੀ ਗੱਲ ਹੈ। ਇਹਦੇ 'ਚ ਅਪਰੋਚ ਦਾ ਥੋੜਾ ਫਰਕ ਹੈਗਾ ਵੀ ਕਿਉਂ ਨਹੀਂ ਦੂਜੀ ਸਟੇਟਸ 'ਚ ਵਧੀਆ ਓਪਰਚੁਨਿਟੀ ਮਿਲਦੀ ਹੈ। ਜੇ ਕੋਈ ਇੰਜੀਨੀਅਰ ਹੈਗਾ IT ਦਾ ਜਾਂ ਮਕੈਨੀਕਲ, ਉਹ ਕਿਤੇ ਦੂਰ ਜਾਣਾ ਚਾਹੁੰਦਾ ਹੈਗਾ, ਉਹ ਮਾਪੇ ਜ਼ਰੂਰ ਸੋਚਦੇ ਹੈਗੇ ਹੈ। ਬਟ ਓਵਰਆਲ ਇਨਵਾਇਰਨਮੈਂਟ ਇੱਕ ਸਟੇਟ 'ਚ ਇਹ ਥੋੜੇ ਆਸ-ਪਾਸ ਆਲੇ ਦੁਆਲੇ ਜੋ ਹੁੰਦਾ ਉਹ ਵੀ ਬਹੁਤ ਮੈਟਰ ਕਰਦਾ। ਸਭ ਤੋਂ ਵੱਡਾ ਫੀਅਰ ਘਰਦਿਆਂ 'ਚ ਇਹ ਹੈਗਾ ਵੀ ਸਾਡਾ ਬੱਚਾ ਸਕੂਲ ਤੋਂ ਜੋ ਕਾਲਜ ਜਾਊਗਾ ਉਹ ਵਿਗੜ ਜਾਊਗਾ, ਉਹ ਨਸ਼ਿਆਂ 'ਚ ਨਾ ਪੈ ਜਾਏ ਕਿਤੇ, ਜਾਂ ਕੋਈ ਹੋਰ ਮਾੜੀ ਸੰਗਤ 'ਚ ਪੈ ਕੇ ਉਹ ਕ੍ਰਾਈਮ ਨਾ ਕਰਨ ਲੱਗ ਜੇ। ਇਹ ਡਰ ਉਰੇ ਵੀ ਨੇ, ਪਰ ਉਹਨਾਂ ਨੂੰ ਐਂ ਲੱਗਦਾ ਵੀ ਜਦੋਂ ਕਿਸੇ ਇੰਡੀਵਿਜੂਅਲ ਦੇ ਉੱਤੇ, ਆਪਣੇ ਬੱਚੇ ਦੇ ਉੱਤੇ ਉਹੀ ਜਿਹੀ ਜ਼ਿੰਮੇਵਾਰੀ ਪਊਗੀ ਤਾਂ ਉਹ ਜਦੋਂ ਕਿਸ਼ਤਾਂ 'ਚ ਵੱਜਿਆ ਜਾਊਗਾ ਤਾਂ ਉਹ ਜ਼ਿੰਮੇਵਾਰ ਹੋ ਜਾਊਗਾ, ਤਾਂ ਉਹ ਘੱਟ ਤੋਂ ਘੱਟ ਇੱਧਰ ਉੱਧਰ ਭਟਕੂਗਾ। ਇਹ ਇੱਕ ਪੁਆਇੰਟ ਹੈ। ਐਟ ਦ ਸੇਮ ਟਾਈਮ ਜਦੋਂ ਪਿੰਡ 'ਚ 4 ਬੱਚੇ ਤੁਸੀਂ ਜਾਂਦੇ ਹੋਏ ਦੇਖਦੇ ਹੋ ਤਾਂ ਫੀਅਰ ਆਫ ਮਿਸਿੰਗ ਆਊਟ ਵੀ ਹੁੰਦਾ ਵੀ ਯਾਰ ਸਾਡਾ ਬੱਚਾ ਕਿਤੇ ਪਿੱਛੇ ਨਾ ਰਹਿ ਜੇ। ਬੱਚਿਆਂ ਦੇ ਮਨ 'ਚ ਆ ਹੀ ਜਾਂਦਾ ਯਾਰ ਉਹ ਵੀ ਜਾ ਰਿਹਾ, ਉਹ ਵੀ ਜਾ ਰਿਹਾ। ਜੋ ਤੁਹਾਡਾ ਆਲੇ ਦੁਆਲੇ ਸਾਰੇ ਹੀ ਫਰੈਂਡ ਸਰਕਲ ਜਾਣ ਲੱਗ ਜਾਣ, ਜੋ ਕਿ ਮੇਰੇ ਕੇਸ 'ਚ ਵੀ ਆਈ ਹੋਏ, ਮੇਰੇ ਸਾਰੇ ਫਰੈਂਡ ਸਰਕਲ ਕੈਨੇਡਾ ਆ ਗਿਆ ਸੀ, ਠੀਕ ਹੈ, ਤਾਂ ਤੁਹਾਨੂੰ ਤੁਸੀਂ ਉੱਥੇ ਇਕੱਲੇ ਰਹਿ ਜਾਂਦੇ ਹੋ, ਲੈਫਟ ਆਊਟ ਵੀ ਫੀਲ ਕਰਦੇ ਹੈਗੇ ਹੋ ਵੀ ਯਾਰ ਲਾਈਫ 'ਚ ਅਸੀਂ ਤਾਂ ਨਹੀਂ ਕੀ ਕੁਝ ਮਿਸ ਕਰ ਰਹੇ ਹੈਗੇ। ਇਹ ਗੱਲਾਂ ਹੁੰਦੀਆਂ ਨੇ, ਬੜੀਆਂ ਆਮ ਸਧਾਰਨ। ਜਿਹੜਾ ਭੇਡ ਚਾਲ ਦੇ ਨਾਲ ਨਾਲ ਤੁਸੀਂ ਇਕੱਲੇ ਵੀ ਤਾਂ ਤੁਸੀਂ ਆਪਣੇ ਫਰੈਂਡਸ ਨੂੰ ਦੇਖਦੇ ਹੋ, ਉਹਨਾਂ ਦੀ ਗਰੋਥ ਜਦੋਂ ਤੁਸੀਂ ਦੇਖਦੇ ਹੋ, ਹਨਾ। ਜਦੋਂ ਕੋਈ ਬੰਦਾ, ਫਰਜ਼ ਕਰੋ ਕੋਈ ਬੰਦਾ ਚੰਗੀ ਗੱਡੀ, ਮਟੀਰੀਅਲਿਸਟਿਕ ਡਿਜ਼ਾਇਰਸ ਪੂਰੇ ਕਰਨੇ ਚਾਹੁੰਦਾ, ਚੰਗੀ ਗੱਡੀ ਲੈਣੀ ਚਾਹੁੰਦਾ, ਘਰ ਲੈਣਾ ਚਾਹੁੰਦਾ, ਜੇ ਤਾਂ ਤੁਸੀਂ ਘਰਦਿਆਂ ਦੇ ਰਾਹੀਂ ਲੈਣਾ, ਉਹ ਸੈਪਰੇਟ ਗੱਲ ਹੈ। ਇੰਡੀਵਿਜੂਅਲ ਤੌਰ ਤੇ ਅੰਮ੍ਰਿਤ ਤੁਸੀਂ ਇੱਥੇ ਆਪਦਾ ਕਮਾ ਸਕਦੇ ਹੋ, ਘਰ ਲੈ ਸਕਦੇ ਹੋ, ਤੁਸੀਂ ਆਪਦੀ ਪਸੰਦ ਦੀ ਗੱਡੀ ਵੀ ਲੈ ਸਕਦੇ ਹੋ, BM ਲੈ ਸਕਦੇ ਹੋ, ਕੋਈ ਵੀ ਕਿਸ਼ਤਾਂ ਤੇ ਲੈ ਰਹੇ ਹੋ ਲੈ ਸਕਦੇ ਹੋ, ਆਪਣਾ ਚਾਹ ਪੂਰਾ ਕਰ ਸਕਦੇ ਹੋ, ਫਿਰ ਤੁਸੀਂ ਉਹਨੂੰ ਡਿਸਪੋਜ਼ ਆਫ ਵੀ ਕਰ ਸਕਦੇ ਹੋ। ਕੀ ਇੰਡੀਆ 'ਚ ਕਰ ਸਕਦੇ ਆ ਇਹ ਨਾਰਮਲੀ? ਤੁਹਾਨੂੰ ਲੋਨ ਲੈਣਾ ਪੈਣਾ ਹੈਗਾ, ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਪਰ ਉਸ ਦੇ ਉੱਤੇ ਤੁਹਾਡਾ ਉਹ ਰੈਗੂਲਰ ਫਲੋ ਆਫ ਇਨਕਮ ਨਹੀਂ ਬਣ ਪਾਉਂਦਾ। ਜਦੋਂ ਤੁਸੀਂ ਇੰਡੀਆ ਸੀ ਸ਼ੁਭਕਰਮਨ, ਤੁਹਾਡੇ ਦੋਸਤਾਂ ਨਾਲ ਤੁਹਾਡੀ ਗੱਲ ਹੁੰਦੀ ਹੋਵੇਗੀ, ਇਹ ਬੜਾ ਹੁੰਦਾ ਕਿ ਅੱਛਾ ਤੂੰ ਹਜੇ ਵੀ ਮਹੀਨੇ ਦਾ 50,000 ਕਮਾ ਰਿਹਾ, ਮੈਂ ਦੇਖ 5 ਲੱਖ ਕਮਾਉਣਾ, ਫੈਸੀਨੇਟਿੰਗ ਲੱਗਦਾ। ਪਰ ਜਦੋਂ ਤੁਸੀਂ ਇੰਡੀਆ ਸੀ, ਕੀ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਸੀ ਕਿ ਉੱਥੇ ਜਾ ਕੇ ਹੈਂਡ ਟੂ ਮਾਊਥ ਹੀ ਹੋਣਾ ਹੈ? ਉੱਥੇ ਕੱਲੀ ਚੀਜ਼ ਜੇ ਕਿਸ਼ਤਾਂ ਤੇ ਮਿਲ ਜਾਂਦੀ ਹੈ, ਲੱਗਦੀ ਬੜੀ ਸੋਹਣੀ ਹੈ, ਪਰ ਜਦੋਂ ਐਟ ਦੀ ਐਂਡ ਆਫ ਮੰਥ ਤੁਹਾਡਾ ਸਾਰਾ ਚੈੱਕ ਕਿਸ਼ਤਾਂ ਤੇ ਨਿਕਲ ਜਾਂਦਾ ਹੈ, ਸੋ ਉਦੋਂ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਕੀ ਖੱਟਿਆ। ਇੰਡੀਆ 'ਚ ਤੁਸੀਂ ਕਦੇ ਤੁਹਾਨੂੰ ਲੱਗਿਆ ਸੀ ਕਿ ਇੱਥੇ ਇੰਨਾ ਟਫ ਹੋਵੇਗਾ ਕਿ ਡਾਲਰਸ ਲੱਗਦੇ ਸੋਹਣੇ ਨੇ ਪਰ ਪੱਲੇ ਬਚਦਾ ਕੁਛ ਨਹੀਂ? ਜੇ ਹੁਣ ਤੱਕ ਮੈਂ ਪੁਆਇੰਟਸ ਬੋਲੇ, ਚੱਲ ਮੈਂ ਕਲੀਅਰ ਕਰਦਾ, ਇਹ ਸੀਗਾ ਪ੍ਰੀ ਕੋਵਿਡ ਕੈਨੇਡਾ, ਜਦੋਂ ਕੈਨੇਡੀਅਨ ਡ੍ਰੀਮ ਹੁੰਦੀ ਸੀ, ਹਰ ਚੀਜ਼ ਦਾ ਰੇਟ ਬੜਾ ਨੋਮੀਨਲ ਜਿਹਾ ਸੀ, ਤੁਸੀਂ ਗਰੋਸਰੀ ਕਰਨ ਜਾਓ ਠੀਕ ਠਾਕ ਰੇਟ ਤੇ ਗਰੋਸਰੀ ਇਨਫ ਆ ਜਾਂਦੀ ਸੀਗੀ, ਜਾਂ ਬਹੁਤਾ ਇੰਟਰਸਟ ਨਹੀਂ ਹੁੰਦਾ ਸੀ, ਘਰ ਵੀ ਆਸਾਨੀ ਨਾਲ ਲੈ ਜਾ ਸਕਦੇ ਸੀਗੇ ਚਾਹੇ ਉਹ ਕਿਤੇ ਵੀ ਹੋਣ। ਪਰ ਪੋਸਟ ਕੋਵਿਡ ਜੇ ਆਪਾਂ ਕੈਨੇਡਾ ਦੀ ਗੱਲ ਕਰ ਲਈਏ, ਇਹ ਸਾਰਾ ਜਿਹੜੀ ਸਿਚੁਏਸ਼ਨ ਹੈ, ਸਰਕਮਸਟਾਂਸ ਹੋ ਰਹੇ ਨੇ, ਅਪਸਾਈਡ ਡਾਊਨ ਬਦਲ ਗਏ ਨੇ। ਬੱਚੇ ਆਉਂਦੇ ਨੇ, ਹਾਲਾਂਕਿ ਸਰਕਾਰ ਨੇ 40 ਘੰਟੇ ਕੰਮ ਕਰਨ ਦੀ ਅਨੁਮਤੀ ਦੇਤੀ ਹੈ, ਪਰਮਿਸ਼ਨ ਅਲਾਉ ਕਰ ਦਿੱਤਾ ਹੈ, ਬਟ ਉਹਨਾਂ ਨੂੰ ਉਹਨਾਂ ਰੁਜ਼ਗਾਰ ਨਹੀਂ ਮਿਲ ਪਾ ਰਿਹਾ ਕਿਉਂਕਿ ਐਡਵਰਟਾਈਜ਼ਰਸ ਜਾਂ ਰੈਵਨਿਊ ਜਨਰੇਸ਼ਨ ਵੱਡੀ ਕੰਪਨੀਆਂ ਤੋਂ ਨਹੀਂ ਹੋ ਪਾ ਰਹੀਆਂ, ਪੂਰੇ ਨਹੀਂ ਪੈਸੇ ਮਿਲਦੇ ਉਹਨਾਂ ਦਾ, ਜਿੰਨਾ ਉਹਨਾਂ ਦਾ ਟੈਲੈਂਟ ਹੈ, ਜਿੰਨਾ ਉਹ ਡਿਜ਼ਰਵ ਕਰਦੇ ਨੇ। ਦੇਖੋ ਕੰਮ ਤਾਂ ਲੋਕ ਇੰਡੀਆ 'ਚ ਵੀ ਕਰਕੇ ਆ ਰਹੇ ਨੇ, ਵਧੀਆ ਕੰਪਨੀਜ਼ 'ਚ ਕਰਕੇ ਆ ਰਹੇ, ਮਤਲਬ ਕਿ ਉਹ ਇੱਕ ਟ੍ਰੇਨਡ ਰਿਸੋਰਸ ਹੈ। ਜੇ ਉਹਨੇ ਕੈਨੇਡੀਅਨ ਡਿਗਰੀ ਨਹੀਂ ਕੀਤੀ ਹੋਈ, ਇਹਦਾ ਮਤਲਬ ਇਹ ਥੋੜੀ ਵੀ ਉਹ ਬੁੱਝ ਹੈਗਾ ਜਾਂ ਉਹਨੂੰ ਨਹੀਂ ਪਤਾ ਹੈਗਾ। ਠੀਕ ਹੈ, ਉਹਨੂੰ ਸਿਸਟਮ ਦਾ ਨਹੀਂ ਪਤਾ, ਬਟ ਉਹਨੂੰ ਕੰਮ ਤਾਂ ਆਉਂਦਾ ਹੈ। ਦੇ ਕੈਨੇਡੀਅਨ ਵੈਲਿਊਜ਼ ਐਥਿਕਸ ਉਹ ਹੌਲੀ ਸਿੱਖ ਜਾਂਦੇ ਨੇ, ਉਹ ਤਾਂ ਵੀ ਟਾਈਮ ਟ੍ਰੇਨਿੰਗ 'ਚ ਆ ਜਾਂਦਾ, ਬਟ ਉਹਨੂੰ ਵਰਕ ਤਾਂ ਪਤਾ ਨਾ, ਉਹ ਆਪਣੇ ਕੰਮ ਦਾ ਤਾਂ ਮਾਹਰ ਹੀ ਹੈ ਨਾ। ਉਸ ਅਕੋਰਡਿੰਗ ਉਹਨੂੰ ਟਰੀਟ ਨਹੀਂ ਕੀਤਾ ਜਾਂਦਾ, ਉਸ ਨੂੰ ਉਸ ਅਕੋਰਡਿੰਗ ਪੈਸੇ ਨਹੀਂ ਦਿੱਤੇ ਜਾਂਦੇ, ਮਨੀ ਨਹੀਂ ਦਿੱਤੇ ਜਾਂਦੇ, ਸੈਲਰੀ ਨਹੀਂ ਡਿਸਾਈਡ ਕੀਤੀ ਜਾਂਦੀ। ਉਹ ਕਹਿੰਦੇ ਪਹਿਲਾਂ ਤੁਸੀਂ ਇਸ ਸਿਸਟਮ ਨੂੰ ਜਾਣੋ ਤੇ ਇਸ ਉੱਤੇ ਟਾਈਮ ਸਪੈਂਡ ਕਰੋ, ਫਿਰ ਤੁਹਾਡਾ ਅਸੀਂ ਵਰਥ ਜਾਣਾਂਗੇ। ਯੂ ਹੈਵ ਟੂ ਪ੍ਰੂਵ, ਤੁਹਾਨੂੰ ਆਪਣੇ ਆਪ ਨੂੰ ਫਿਰ ਤੋਂ ਜ਼ੀਰੋ ਤੋਂ ਪ੍ਰੂਵ ਕਰਨਾ ਪੈਂਦਾ। ਪਰ ਇਹ ਹੱਕ ਤਾਂ ਕਿਸੇ ਨੇ ਨਹੀਂ ਤੱਕ ਜਿੱਤਾ ਕਿ ਜਦੋਂ ਤੱਕ ਤੁਸੀਂ PR ਨਹੀਂ ਹੁੰਦੇ, ਜਦੋਂ ਤੱਕ ਤੁਸੀਂ ਸਿਟੀਜ਼ਨ ਨਹੀਂ ਹੁੰਦੇ, ਤੁਹਾਡਾ ਜਿਹੜਾ ਬਣਦਾ ਹੱਕ ਹੈ ਉਹ ਖੋਇਆ ਜਾਵੇਗਾ। ਜੇ ਬੇਸਿਕ ਤੁਹਾਡੇ $15 ਘੰਟੇ ਦੇ ਬਣਦੇ ਨੇ, ਤੁਹਾਨੂੰ $7 ਦਿੱਤੇ ਜਾਣਗੇ। ਇਹ ਹੱਕ ਤਾਂ ਕੈਨੇਡੀਅਨ ਗਵਰਨਮੈਂਟ ਨੇ ਵੀ ਨਹੀਂ ਨਾ ਦਿੱਤਾ। ਬਿਲਕੁਲ, ਇਹਦੇ 'ਚ ਸਾਡੇ ਆਪਣੇ ਭਾਈਚਾਰੇ ਦੇ ਲੋਕ ਬਹੁਤ ਸਾਰਾ ਇਹੋ ਜਿਹਾ ਕੁਝ ਕਰਦੇ ਨੇ, ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਐਕਸਪਲੋਇਟੇਸ਼ਨ ਨਹੀਂ ਕਰਨੀ ਚਾਹੀਦੀ। ਜੇ ਕਿਸੇ ਦੀ ਮਜਬੂਰੀਆਂ ਨੇ, ਵਲਨਰੇਬਿਲਿਟੀ ਹੈਗੀ ਹੈ, ਤਾਂ ਉਹਨੂੰ ਐਕਸਪਲੋਇਟ ਨਹੀਂ ਕਰਨਾ ਚਾਹੀਦਾ। ਇਹ ਬਿਲਕੁਲ ਸਹੀ ਗੱਲ ਹੈ ਵੀ ਬਿਲਕੁਲ ਇਸ ਚੀਜ਼ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਤੇ ਸਾਰੀ ਕਮਿਊਨਿਟੀ ਨੂੰ ਇਕੱਠਾ ਹੋ ਕੇ ਆਪਣੀ ਜਿਹੜੀ ਅਗਲੀ ਪੀੜ੍ਹੀ ਹੈ ਉਹਨੂੰ ਸਾਂਭਣਾ ਚਾਹੀਦਾ।
ਔਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਅਜੇ ਵੀ ਮੈਨੂੰ ਲੱਗਦਾ ਹੈ ਕਿ 21st ਸੈਂਚੁਰੀ ਦੇ ਵਿੱਚ ਪਹੁੰਚ ਗਏ ਆ, ਪਰ ਜਿਹੜੀਆਂ ਚੀਜ਼ਾਂ ਦੇ ਉੱਪਰ ਪਰਦਾ ਹੈ ਉਹ ਪਰਦਾ ਹੈ, ਅਸੀਂ ਅੱਜ ਤੱਕ ਕਦੇ ਸਮਝ ਹੀ ਨਹੀਂ ਪਾਏ। ਤੁਸੀਂ ਤੁਹਾਡੇ ਘਰ ਦੇ ਵਿੱਚ ਹੁਣ ਤਾਂ ਚਲੋ ਮੈਨੂੰ ਲੱਗਦਾ ਫਿਰ ਥੋੜਾ ਜਿਹਾ ਬਦਲਾਵ ਹੋਇਆ, ਅੱਜ ਤੋਂ 5 ਸਾਲ ਪਹਿਲਾਂ ਤੁਹਾਡੇ ਘਰ ਕੋਈ ਰਿਸ਼ਤਾ ਆ ਜਾਂਦਾ ਕਿ ਤੁਹਾਡੀ ਬੇਟੀ ਨੂੰ ਕੈਨੇਡਾ ਦਾ ਰਿਸ਼ਤਾ ਆਂਦਾ, ਅਮਰੀਕਾ ਦਾ ਰਿਸ਼ਤਾ ਆਂਦਾ, ਸ਼ੁਭਕਰਨ ਖੁਸ਼ੀ ਦੀ ਕੋਈ ਹੱਦ ਨਹੀਂ ਹੁੰਦੀ ਸੀ। ਕਦੇ ਤੁਸੀਂ ਇਹ ਪਤਾ ਨਹੀਂ ਕੀਤਾ ਕਿ ਹਾਂ ਬਈ ਉੱਥੇ ਲੜਕੇ ਦੇ ਕੋਲ ਆਪਣਾ ਘਰ ਹੈ, ਉੱਥੇ ਲੜਕੇ ਦੇ ਸਿਰ ਦੇ ਉੱਤੇ ਕਿੰਨਾ ਕਰਜ਼ਾ ਹੈ, ਉੱਥੇ ਉਹਦੀਆਂ ਕਿੰਨੀਆਂ ਕਿਸ਼ਤਾਂ ਜਾ ਰਹੀਆਂ ਨੇ, ਕਿਉਂਕਿ ਲੋਕਾਂ ਨੂੰ ਇਹ ਚੀਜ਼ਾਂ ਪਤਾ ਹੀ ਨਹੀਂ ਸੀ। ਉਹਨਾਂ ਨੂੰ ਲੱਗਦਾ ਸੀ ਕਿ ਜੇ ਕੈਨੇਡਾ 'ਚ ਬੈਠਾ ਦੈਟ ਮੀਨਸ ਕਿ ਸਾਰਾ ਕੁਝ ਉਹਨੂੰ ਬੜਾ ਈਜ਼ੀ ਮਿਲ ਜਾਂਦਾ ਹੈ। ਸੋ ਇਹ ਬਹੁਤ ਜ਼ਰੂਰੀ ਹੈ ਪੁੱਛਣਾ, ਇਹ ਬਹੁਤ ਜ਼ਰੂਰੀ ਹੈ ਕਰਨਾ ਕਿ ਤੁਹਾਡਾ ਬੱਚਾ ਜਿੱਥੇ ਜਾ ਰਿਹਾ ਹੈ ਉੱਥੇ ਕੀ ਹੈ ਪਤਾ ਨਹੀਂ ਸੀ। ਨਾਲੇ ਹੁਣ ਵਿਆਹ ਥੋੜੀ ਰਹਿ ਗਏ ਨੇ, ਇਹ ਬਿਜ਼ਨਸ ਡੀਲਸ ਬਣ ਗਈਆਂ ਨੇ। ਜੇ ਮੁੰਡਾ ਕਿਸੇ ਵਿਹਲਾ ਘੁੰਮ ਰਿਹਾ ਹੈ ਜਾਂ ਉਹਦੇ ਕੋਲੇ ਕੋਈ ਵਧੀਆ ਰੋਜ਼ਗਾਰ ਨਹੀਂ ਹੈ ਜਾਂ ਉਹਦੇ ਆਇਲਸ ਕਲੀਅਰ ਨਹੀਂ ਹੋ ਰਹੀ ਇੰਗਲਿਸ਼ ਕਰਕੇ, ਤਾਂ ਤੁਸੀਂ ਵਧੀਆ ਪੜ੍ਹੀ ਲਿਖੀ ਕੁੜੀ ਲੱਭੋ, ਉਹਨੂੰ ਕਹੋ ਅਸੀਂ ਤੁਹਾਡੇ ਤੇ ਖਰਚਾ ਕਰਾਂਗੇ ਤੇ ਤੁਸੀਂ ਉੱਥੇ ਜਾਓ, ਐਡਮਿਸ਼ਨਾਂ ਲਓ, ਤੇ ਉਹ +1 +2 ਤੋਂ ਬਾਅਦ ਡਾਇਰੈਕਟਲੀ ਆਇਲਸ ਦਵਾਇਆ ਜਾਂਦਾ ਤੇ ਇੱਥੇ ਭੇਜ ਦਿੱਤਾ। ਕੁੜੀਆਂ ਬਾਅਦ ਚ ਬੁਲਾਉਂਦੀਆਂ ਨਹੀਂ ਆ, ਮੁੰਡੇ ਫਿਰ ਪਿੱਛੇ ਸੁਸਾਈਡ ਕਰ ਲੈਂਦੇ ਆ। ਓਬਵੀਅਸਲੀ ਜਦੋਂ ਤੁਸੀਂ ਉਹਨੂੰ ਇੱਕ ਬੰਦਾ ਹੈ, ਉਹਨੂੰ ਇੰਨੀ ਰਿਸਟ੍ਰਿਕਸ਼ਨ 'ਚ ਤੁਸੀਂ ਰੱਖਿਆ ਹੋਇਆ ਤੇ ਆਲ ਆਫ ਅ ਸਡਨ ਜਦੋਂ ਬਾਹਰ ਆਉਂਦਾ ਉਹਨੂੰ ਫਰੀडम ਮਿਲਦੀ ਆ, ਆਪਣੇ ਆਪ ਨੂੰ ਜਾਣਨਾ ਸ਼ੁਰੂ ਕਰਦਾ ਹੈ ਤੇ ਉਹਨੂੰ ਪਤਾ ਲੱਗਦਾ ਵੀ ਮੇਰੇ ਨਾਲ ਜੋ ਹੋ ਰਿਹਾ ਗਲਤ ਹੋ ਰਿਹਾ, ਮੇਰੀ ਪੋਟੈਂਸ਼ੀਅਲ ਕੀ ਹੈ ਤੇ ਮੇਰੀ ਪੋਟੈਂਸ਼ੀਅਲ ਮਾਰੀ ਜਾ ਰਹੀ ਹੈ। ਤੇ ਤੁਸੀਂ ਉਹਦੀ ਬਿਨਾ ਉਹ ਇੰਨਾ ਅਵੇਅਰ ਨਹੀਂ ਹੁੰਦਾ। ਹੌਲੀ ਹੌਲੀ ਬੱਚਾ, ਕੋਈ ਮੁੰਡਾ ਹੋਵੇ ਕੁੜੀ ਹੋਵੇ, ਇਵੋਲਵ ਹੁੰਦਾ ਜਾਂਦਾ ਤੇ ਉਹਨੂੰ ਆਪਣੇ ਆਪ ਬਾਰੇ ਪਤਾ ਲੱਗਦਾ, ਆਪਦੀ ਚੋਇਸਿਸ ਬਾਰੇ ਪਤਾ ਲੱਗਦਾ। ਬਹੁਤ ਸਾਰੇ ਉਹ ਫੇਲੀਅਰਸ ਦੇਖਦਾ, ਫਿਰ ਉਹ ਆਪਣੇ ਜਾ ਕੇ ਸਹੀ ਡਿਸੀਜਨਸ ਲੈਣੇ ਸ਼ੁਰੂ ਕਰਦਾ ਲਾਈਫ ਦੇ ਅੰਦਰ। ਤੁਸੀਂ ਉਹ ਹੱਕ ਤਾਂ ਖੋ ਲਿਆ, ਉਹ ਮੌਕਾ ਖੋ ਲਿਆ, ਤੁਸੀਂ ਸਿੱਧਾ ਹੀ ਉਹਦਾ ਫੈਸਲਾ ਕਰ ਦਿੱਤਾ। ਤੇ ਜਦੋਂ ਇੱਥੇ ਆ ਕੇ ਉਹ ਆਪ ਕੰਮ ਕਰਦੇ ਆ, ਆਪ ਡਿਪੈਂਡੈਂਟ ਹੁੰਦੇ ਨੇ, ਇੰਡੀਪੈਂਡੈਂਟਲੀ ਸਾਰਾ ਕੁਝ ਉਹ ਕਰਦੇ ਨੇ, ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਕੀ ਉਹਨਾਂ ਵਾਸਤੇ ਸਹੀ ਹੈ, ਕੀ ਗਲਤ ਹੈ। ਜੋ ਸਾਡੇ ਨਾਲ ਹੋ ਰਿਹਾ ਗਲਤ ਹੋ ਰਿਹਾ, ਤਾਂ ਉਸ ਤੋਂ ਖਹਿੜਾ ਛਡਾਉਣ ਦੇ ਮਾਰੇ ਜਾਂ ਉਹਨਾਂ ਨੂੰ ਕੋਈ ਰਾਹ ਨਹੀਂ ਲੱਭਦਾ, ਫਿਰ ਉਹ ਹੋਰ ਕੋਈ ਸਟੈਪ ਚੱਕਦੇ ਨੇ ਜਿਹੜਾ ਉਹਨਾਂ ਦੇ ਘਰਦਿਆਂ ਵਾਸਤੇ ਜਾਂ ਉਹਨਾਂ ਨੇ ਜੋ ਫੈਸਲੇ ਲਏ ਹੁੰਦੇ ਉਸਦੇ ਵਾਸਤੇ ਗਲਤ ਹੋ ਜਾਂਦਾ। ਸੇਮ ਚੀਜ਼ ਯੂਕੇ ਦੇ ਵਿੱਚ ਹੋਈ ਕਿ ਸਪਾਊਸ ਦੇ ਨਾਲ ਕਿੰਨਾ ਜਾਣ ਦਾ ਸਿਲਸਿਲਾ ਸੀ ਕਿ ਬਸ ਸਪਾਊਸ ਜਾਂਦਾ ਸੀ। ਅਲਟੀਮੇਟਲੀ ਯੂਕੇ ਸਰਕਾਰ ਨੂੰ ਇਹ ਕਦਮ ਚੁੱਕਣਾ ਪਿਆ ਕਿ ਉਹਨਾਂ ਨੇ ਹੁਣ ਕਮਿੰਗ ਸੈਪਟੈਂਬਰ ਔਨਵਰਡਸ ਤੋਂ ਕਹਿ ਦਿੱਤਾ ਕਿ ਤੁਸੀਂ ਸਪਾਊਸ ਦੇ ਨਾਲ ਆ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਕਿ ਇੱਕ ਜ਼ਰੀਆ ਬਣਾ ਲਿੱਤਾ ਹੈ। ਟੈਲੈਂਟ ਤੁਹਾਡੇ ਕੋਲ ਹੈ ਪਰ ਤੁਸੀਂ ਉਹਨੂੰ ਯੂਜ਼ ਨਹੀਂ ਕਰਨਾ। ਤੁਸੀਂ +2 ਤੋਂ ਬਾਅਦ ਜਾਂ ਤੁਸੀਂ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਇੰਡੀਆ ਦੇ ਵਿੱਚ ਸੈਟਲਮੈਂਟ ਕਰਕੇ ਪੈਸੇ ਦੀ ਤੁਸੀਂ ਆ ਗਏ, ਉੱਥੇ ਆਣ ਕੇ ਤੁਸੀਂ ਵੱਖਰੇ ਹੋ ਗਏ, ਫਿਰ ਤੁਸੀਂ ਆਣ ਕੇ ਕੋਈ ਪੱਕਾ ਕੁੜੀ ਮੁੰਡਾ ਲੱਭਦੇ ਹੋ ਕਿ ਉਹਨੂੰ ਪੈਸੇ ਦੇ ਕੇ ਤੁਸੀਂ ਪੱਕੇ ਹੋ ਜਾਓ। ਪਰ ਮੈਨੂੰ ਲੱਗਦਾ ਕਿ ਸ਼ੁਭਕਰਮਨ, ਜੇ ਇਹੀ ਤੁਸੀਂ ਆਪਣੀ ਉੱਥੇ ਕਾਬਲੀਅਤ ਤਰਾਸ਼ ਕੇ ਆਓ, ਪਰਖ ਕੇ ਆਓ, ਕਿਸੇ ਵੀ ਮੁਲਕ ਦੇ ਵਿੱਚ ਜਾਓ, +2 ਦੀ ਬਜਾਏ ਤੁਸੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਕੇ ਜਾਓ, ਸ਼ਾਇਦ ਤੁਹਾਨੂੰ ਉਹ ਸਭ ਕੁਝ ਨਾ ਕਰਨਾ ਪਵੇ ਜੋ ਤੁਹਾਨੂੰ ਕਰਨਾ ਪੈਂਦਾ ਹੈ। ਜੀ ਬਿਲਕੁਲ, ਕਿਉਂਕਿ ਗ੍ਰੈਜੂਏਸ਼ਨ ਕਾਲਜ ਹੈ ਹੀ ਇਹ ਇਸ ਵਾਸਤੇ ਵੀ ਬਣਿਆ ਹੈਗਾ। ਕੱਲੇ ਥੋੜੀ ਹਾਇਰ ਐਜੂਕੇਸ਼ਨ ਤਾਂ ਹੁੰਦੀ ਹੋਈ ਹੁੰਦੀ ਹੈ, ਬਟ ਐਟ ਦ ਸੇਮ ਥੋੜੀ ਪਰਸਨੈਲਿਟੀ ਵੀ ਡਿਵੈਲਪ ਹੁੰਦੀ ਹੈ। ਬਹੁਤ ਸਾਰੇ ਤੁਸੀਂ ਲਾਈਫ ਦੇ ਅੰਦਰ ਫੇਲੀਅਰਸ ਦੇਖਦੇ ਹੋ ਜਾਂ ਤੁਸੀਂ ਆਪਣੇ ਸੀਨੀਅਰਸ ਹੁੰਦੇ ਤੁਹਾਡੇ ਕਾਲਜ ਦੇ ਅੰਦਰ, ਤੁਸੀਂ ਉਹਨਾਂ ਬਹੁਤ ਸਾਰੀਆਂ ਗੱਲਾਂ ਚੰਗੀਆਂ ਮਾੜੀਆਂ ਦੋਨੋਂ ਸਿੱਖਦੇ ਹੋ। ਤੁਸੀਂ ਜਦੋਂ ਕਾਲਜ 'ਚ ਫਸਟ ਈਅਰ ਜਦੋਂ ਬੱਚਾ ਜਾਂਦਾ, ਉਹਦੀ ਪਰਸਨੈਲਿਟੀ ਤੇ ਜਦੋਂ ਪਾਸ ਆਊਟ ਹੁੰਦਾ ਜ਼ਮੀਨ ਆਸਮਾਨ ਦਾ ਫਰਕ ਹੁੰਦਾ। ਉਹ ਬਹੁਤ ਸਾਰਾ ਪੋਲਿਸ਼ ਵੀ ਹੋ ਜਾਂਦਾ, ਉਹਨੂੰ ਸਹੀ ਗਲਤ ਦਾ ਵੀ ਆਪਣੇ ਪਤਾ ਲੱਗ ਜਾਂਦਾ ਹੈ, ਕਿਹੜੀ ਲਾਈਨ ਉਹਨੇ ਫੜਨੀ ਹੈ, ਕਿਹੜੀ ਡਾਇਰੈਕਸ਼ਨ 'ਚ ਜਾਣਾ, ਉਹ ਵੀ ਕਿਤੇ ਨਾ ਕਿਤੇ ਨੂੰ ਅੰਦਾਜ਼ਾ ਹੁੰਦਾ ਜੇ ਬੱਚਾ ਆਪਦੇ ਉੱਤੇ ਆਪਣਾ ਟਟੋਲਦਾ ਜਾਂ ਆਪਣੇ ਆਪ ਨੂੰ ਦੇਖਦਾ ਹੈ। ਬਟ ਐਟ ਦ ਸੇਮ ਟਾਈਮ ਜੋ ਇਹ ਰਿਵਾਜ ਬਣ ਗਿਆ, ਇੱਕ ਲਾਲਚ ਹੋ ਗਿਆ ਵੀ ਬਾਈ ਹੁੱਕ ਐਂਡ ਕਰੁਕ ਜਿਵੇਂ ਮਰਜ਼ੀ ਅਸੀਂ ਜਾਈਏ, ਉੱਥੇ ਪਹੁੰਚੀਏ ਤੇ ਚਾਹੇ ਉਸ ਜੋ ਮਰਜ਼ੀ ਅਸੀਂ ਕਰੀਏ, ਸਾਨੂੰ ਡੋਂਕੀ ਲਾ ਕੇ ਜਾਣਾ ਪਵੇ। ਕਿੰਨੇ ਬੱਚੇ ਮਰ ਰਹੇ ਨੇ, ਕਿੰਨੇ ਮੈਕਸੀਕੋ ਦੇ ਜੰਗਲਾਂ ਦੇ ਜਿਹੜਾ ਉਹ ਰੂਟ ਬਣਿਆ ਹੋਇਆ ਡੋਂਕੀ ਲਾ ਕੇ ਜਾਣ ਦਾ, ਕਿੰਨਾ ਬੱਚਿਆਂ ਨਾਲ ਐਕਸਪਲੋਇਟੇਸ਼ਨ ਹੁੰਦੀ ਹੈ ਹਨਾ। ਉਹਨਾਂ ਕੋਲ ਕੋਈ ਚਾਰਾ ਨਹੀਂ, ਕਿਵੇਂ ਉਹ ਦਿਨ ਰਾਤ ਕੱਟਦੇ ਨੇ, ਕਿਵੇਂ ਉਹਨਾਂ ਨੂੰ ਰੱਖਿਆ ਜਾਂਦਾ ਭੁੱਖੇ, ਤੇ ਮਰ ਵੀ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ, ਡੈਡ ਬੋਡੀ ਹੀ ਨਹੀਂ ਪਤਾ ਲੱਗਦੀਆਂ ਹੈਗੀਆਂ। ਤੇ ਅੱਜ ਦੇ ਟਾਈਮ ਕੈਨੇਡਾ ਜ਼ਿੰਦਗੀ ਬਿਲਕੁਲ ਸੌਖੀ ਨਹੀਂ ਹੈ। ਅਸੀਂ ਤੁਹਾਨੂੰ ਰਿਐਲਿਟੀ ਦੱਸ ਰਹੇ ਹਾਂ, ਇੱਥੇ ਬਿਲਕੁਲ ਵੀ ਸੌਖੀ ਜ਼ਿੰਦਗੀ ਨਹੀਂ ਹੈ। ਰੁਜ਼ਗਾਰ ਨਹੀਂ ਮਿਲਦਾ ਹੈਗਾ, ਬਹੁਤ ਔਖਾ ਮਿਲਦਾ। ਫਰਜ਼ ਕਰੋ ਜੇ 100 ਬੱਚਾ ਹੈ ਤਾਂ 100 ਬੱਚੇ ਨੇ ਘੱਟੋ ਘੱਟ 20 ਜਾਂ 25 ਬੰਦਿਆਂ ਨੂੰ ਰੁਜ਼ਗਾਰ ਮਿਲ ਸਕਦਾ ਹੈ ਜਿਹਦੇ ਨਾਲ ਉਹ ਸਰਵਾਈਵ ਕਰ ਸਕਦੇ ਨੇ। ਬਾਕੀਆਂ ਨੂੰ ਹਰ ਥਾਂ ਤੇ ਕੰਪਰੋਮਾਈਜ਼ ਕਰਨਾ ਪੈਂਦਾ ਹੈ। ਇਹ ਰਿਐਲਿਟੀ ਅੱਜ ਦੇ। ਪਰ ਇਹੀ ਜੇ ਤੁਸੀਂ ਆਪਣੀ ਕਾਬਲੀਅਤ ਲੈ ਕੇ ਆਓਗੇ, ਇਹੀ ਜੇ ਤੁਸੀਂ ਆਪਣੀ ਪੜ੍ਹਾਈ ਪੂਰੀ ਕਰਕੇ ਆਓਗੇ, ਇਹੀ ਜੇ ਤੁਹਾਡੇ ਕੋਲ ਉਮਰ ਹੋਵੇਗੀ, ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਤਜਰਬਾ ਹੋਵੇਗਾ, ਤਾਂ ਫਿਰ ਸ਼ਾਇਦ ਉਹਨਾਂ ਹਾਲਾਤਾਂ ਦੇ ਵਿੱਚੋਂ ਤੁਹਾਨੂੰ ਗੁਜ਼ਰਨਾ ਨਹੀਂ ਪਵੇਗਾ। ਇਸ ਲਈ ਇਹ ਪੇਰੈਂਟਸ ਦੇ ਲਈ ਵੀ ਬੜਾ ਜ਼ਰੂਰੀ ਹੈ ਕਿ ਜ਼ਰੂਰੀ ਨਹੀਂ ਜੇ ਬੱਚੇ ਨੇ ਜ਼ਿੱਦ ਕੀਤੀ ਤੇ ਤੁਸੀਂ ਉਹਨੂੰ ਭੇਜਣਾ ਹੀ ਹੈ। ਤੁਸੀਂ ਉਹਨੂੰ ਸਮਝਾਓ ਕਿ ਨਹੀਂ, ਸਾਨੂੰ ਤੇਰੇ ਜਾਣ 'ਚ ਇਤਰਾਜ਼ ਨਹੀਂ ਹੈ, ਬਟ ਕੁਝ ਬਣ ਕੇ ਜਾ। ਦੂਜੇ ਪਾਸੇ ਇਹ ਬੱਚਿਆਂ ਨੂੰ ਵੀ ਸੋਚਣਾ ਚਾਹੀਦਾ। ਸ਼ੁਭਕਰਮਨ, ਮੈਂ ਇੱਕ ਪੋਸਟ ਦੇਖ ਰਹੀ ਸੀ ਅੱਜ ਹੀ ਸਵੇਰੇ ਫੇਸਬੁੱਕ ਤੇ, ਕਿਸੇ ਵਿਅਕਤੀ ਨੇ ਪਾਇਆ ਸੀ, ਕਹਿੰਦੇ ਮੇਰੇ ਬੱਚੇ ਨੇ +2 ਪਾਸ ਕਰ ਲਈ ਹੈ, ਹੁਣ ਤੁਸੀਂ ਦੱਸੋ ਉਹਨੂੰ ਕਿਹੜੀ ਫੀਲਡ 'ਚ ਜਾਣਾ ਚਾਹੀਦਾ। ਔਰ ਮੈਨੂੰ ਬੜੀ ਹੈਰਾਨੀ ਹੋਈ ਕਿ ਇੱਕ ਬੱਚੇ ਨੂੰ ਪੁੱਛਣ ਦੀ ਬਜਾਏ ਉਹ ਬਾਪ ਮੀਡੀਆ ਦੇ ਜ਼ਰੀਏ ਦੇ ਨਾਲ ਦੁਨੀਆ ਤੋਂ ਪੁੱਛ ਰਿਹਾ। ਔਰ ਉਹਦੇ ਕਮੈਂਟਸ ਦੇ ਵਿੱਚ ਕਿਸੇ ਨੇ ਲਿਖਿਆ ਸੀ ਕਿ ਤੁਸੀਂ ਇਸ ਨੂੰ ਕੈਨੇਡਾ ਭੇਜ ਦਿਓ, ਕਿਸੇ ਨੇ ਲਿਖਿਆ ਸੀ ਅਮਰੀਕਾ ਭੇਜ ਦਿਓ, ਕਿਸੇ ਨੇ ਕਿਹਾ ਸੀ ਕਾਮਰਸ ਕਰਵਾ ਲਓ, ਨਾਨ ਮੈਡੀਕਲ ਕਰਵਾ ਲਓ।
ਉਸ ਬੱਚੇ ਦਾ ਕੀ? ਉਸ ਬੱਚੇ ਤੋਂ ਕਿਸੇ ਨੇ ਨਹੀਂ ਪੁੱਛਿਆ। ਮੈਨੂੰ 3 ਇਡੀਅਟਸ ਯਾਦ ਆ ਗਈ ਕਿ ਮੂਵੀ ਨੂੰ ਬੇਸ਼ੱਕ ਆਏ ਬੜੇ ਸਾਲ ਹੋ ਗਏ, ਪਰ ਪੇਰੈਂਟਸ ਦਾ ਕਈਆਂ ਦਾ ਅੱਜ ਵੀ ਤਰੀਕਾ ਹੋਈ ਹੈ ਕਿ ਦੁਨੀਆ ਜੋ ਕਹੇਗੀ। ਹੁਣ ਤੁਸੀਂ ਦੇਖੋ ਜੋ ਮੈਜੋਰਿਟੀ ਆਫ ਕਮੈਂਟਸ ਹੋਣਗੇ ਅਲਟੀਮੇਟਲੀ ਉਸ ਬੱਚੇ ਨੂੰ ਉਹੀ ਕਰਨਾ ਪਵੇਗਾ। ਜੀ ਬਿਲਕੁਲ ਸਹੀ ਗੱਲ ਹੈ। ਹੁਣ ਜਿਹੜੇ ਬੱਚੇ ਡੈਪੂਟੇਸ਼ਨ ਤੇ ਬੈਠੇ ਸੀ ਧਰਨੇ ਤੇ, ਬਹੁਤ ਸਾਰਿਆਂ ਨੇ ਤਾਂ ਐਂਡ ਮੂਮੈਂਟ ਤੱਕ ਘਰੇ ਹੀ ਨਹੀਂ ਦੱਸਿਆ ਸੀ। ਜੇ ਘਰੇ ਦੱਸਿਆ ਵੀ ਉਹਨਾਂ ਦੇ ਮਾਪਿਓ ਨੇ ਇਹ ਗੱਲ ਕਹਿ ਦਿੱਤੀ ਵੀ ਯਾਰ ਰੌਲਾ ਨਾ ਪਾਈ, ਪਿੰਡ 'ਚ ਸਾਡੀ ਇੱਜ਼ਤ ਨਹੀਂ ਰਹਿਣੀ, ਜਾਂ ਆਲੇ ਦੁਆਲੇ ਸਾਡੇ ਆਂਢ ਗੁਆਂਢ ਨੇ ਸਾਨੂੰ ਮਿਹਣੇ ਮਾਰਨੇ ਆ ਵੀ ਐਂ ਹੋ ਗਿਆ ਉਵੇਂ ਹੋ ਗਿਆ, ਵੀ ਚੁੱਪ ਰਹੋ। ਅੱਧੇ ਬਹੁਤ ਸਾਰੇ ਬੱਚਿਆਂ ਨੇ ਦੱਸਿਆ ਨਹੀਂ ਸੀ। ਜਦੋਂ ਕੋਈ ਰਾਹ ਹੀ ਨਹੀਂ ਲੱਭਿਆ, ਹਜੇ ਮੈਨੂੰ ਲੱਗਦਾ ਬਹੁਤ ਸਾਰੇ ਬੱਚਿਆਂ ਦੇ ਪੇਰੈਂਟਸ ਨੂੰ ਨਹੀਂ ਪਤਾ ਹੋਣਾ ਵੀ ਉਹ ਧਰਨੇ ਤੇ ਬੈਠੇ ਆ, ਇਸ ਤਰ੍ਹਾਂ ਦੀ ਸਿਚੁਏਸ਼ਨ ਤੋਂ ਜੂਝ ਰਹੇ ਨੇ। ਸਭ ਤੋਂ ਔਖਾ ਸਮਾਂ ਜਦੋਂ ਆਇਆ ਉਦੋਂ ਤੁਹਾਨੂੰ ਆਪਣੀ ਫੈਮਿਲੀ ਤੇ ਹੀ ਫਾਲ ਬੈਕ ਕਰਨਾ ਪੈਂਦਾ, ਕਿਉਂਕਿ ਅੱਜ ਕੱਲ੍ਹ ਦੇ ਟਾਈਮ ਦੇ ਅੰਦਰ ਤੁਹਾਡੀ ਫੈਮਿਲੀ ਹੀ ਸਦਾ ਤੁਹਾਡੇ ਵੱਲ ਰਹਿੰਦੀ ਹੈ, ਤੁਹਾਨੂੰ ਸਪੋਰਟ ਕਰਦੀ ਹੈ। ਦੇ ਆਰ ਆਲਵੇਜ਼ ਔਨ ਯੋਰ ਸਾਈਡ। ਹੋਰ ਤੁਹਾਨੂੰ ਕੋਈ ਸਮਝੇ ਨਾ ਸਮਝੇ, ਤੁਹਾਨੂੰ ਇੱਕ ਆਸ ਹੁੰਦੀ ਹੈ ਵੀ ਤੁਹਾਡੇ ਮਾਪਿਓ ਸਮਝਣਗੇ। ਬਟ ਜਦੋਂ ਸੋਸ਼ਲ ਟੈਬੂ ਆ ਜਾਂਦਾ, ਸੋਸਾਇਟੀ ਦੇ ਇੱਕ ਨੋਰਮਸ ਆ ਜਾਂਦੇ ਨੇ, ਫਿਰ ਘਰ ਦੇ ਕਿਤੇ ਨਾ ਕਿਤੇ ਸੋਚਣ ਲੱਗ ਜਾਂਦੇ ਨਹੀਂ ਸਾਡੀ ਇੱਜ਼ਤ ਦਾ ਕੀ ਬਣੂਗਾ, ਬੇਇੱਜ਼ਤੀ ਹੋ ਜੂਗੀ। ਤਾਂ ਬਹੁਤ ਸਾਰੇ ਜਦੋਂ ਅਸੀਂ ਸਟੋਰੀਜ਼ ਵੀ ਕੀਤੀਆਂ ਬੱਚਿਆਂ ਨਾਲ, ਸਭ ਤੋਂ ਪਹਿਲਾਂ ਜੇ ਕੋਈ ਹੱਲ ਦੱਸਣ ਦੀ ਕੋਸ਼ਿਸ਼ ਕੀਤੀ, ਵਿਆਹ ਕਰਾ ਲਓ। ਆਊਟ ਆਫ ਡੈਸਪਰੇਟ ਮੈਜਰਸ ਤੁਸੀਂ ਵਿਆਹ ਕਰਾ ਲਓ, ਸਿਟੀਜ਼ਨ ਨਾਲ ਕਰਾ ਲਓ, ਕਿਸੇ ਹੋਰ ਨਾਲ ਕਰਾ ਲਓ। ਇਹ ਜਿਹੀਆਂ ਬਹੁਤ ਸਾਰੀਆਂ ਚਰਚਾਵਾਂ ਬੱਚਿਆਂ ਨਾਲ ਕੀਤੀਆਂ ਗਈਆਂ ਨੇ ਵੱਖ-ਵੱਖ ਲੈਵਲ ਤੇ। ਕਿੰਨਿਆਂ ਨੇ ਕੀਤਾ ਨਹੀਂ ਕੀਤਾ, ਦੈਟ ਇਜ਼ ਅ ਸੈਪਰੇਟ ਇਸ਼ੂ, ਉਹਨਾਂ ਦਾ ਇੰਡੀਵਿਜੂਅਲ ਡਿਸੀਜਨ ਹੈ। ਬਟ ਐਜ਼ ਅ ਕਮਿਊਨਿਟੀ ਸਾਨੂੰ ਉਹਨਾਂ ਨੂੰ ਹੋਰ ਵੀ ਜ਼ਿਆਦਾ ਸਹੀ ਰਾਹ 'ਚ ਡਾਇਰੈਕਸ਼ਨ ਦੇਣੀ ਚਾਹੀਦੀ ਹੈ ਤੇ ਉਹਨਾਂ ਨੂੰ ਉਹਨੂੰ ਬੂਸਟ ਕਰਨਾ ਚਾਹੀਦਾ। ਕਿਉਂਕਿ ਬਿਲਕੁਲ ਜਿੰਨੀ ਛੋਟੀ ਉਮਰ ਹੈ, ਅਸੀਂ ਬੜੇ ਸਾਰੇ ਇੱਥੇ ਕੇਸ ਦੇਖਦੇ ਹਾਂ ਕਿ ਛੋਟੀਆਂ ਬੱਚੀਆਂ ਜਿਹੜੀਆਂ ਆਈਆਂ, ਸਮਝ ਕੋਈ ਨਹੀਂ ਸੀ, ਪੈਸਾ ਜਲਦੀ ਕਮਾਉਣਾ ਸੀ ਤੇ ਫਿਰ ਉਹ ਜਲਦੀ ਪੈਸਾ ਕਮਾਉਣ ਦੇ ਲਈ ਕਿਹੜੇ ਰਾਵਾਂ ਤੇ ਪੈ ਗਏ। ਇਸ ਦੇ ਬੜੇ ਸਾਰੇ ਕੇਸ ਨੇ। ਸ਼ੁਕਰਮਨ, ਜਾਂਦੇ ਇੱਕ ਗੱਲ ਜ਼ਰੂਰ ਅਸੀਂ ਕਰਨਾ ਚਾਹਾਂਗੇ। ਤੁਸੀਂ ਕਿਹਾ ਕਿ ਪੇਰੈਂਟਸ ਤੋਂ ਬਿਨਾਂ ਕੋਈ ਸਹਾਰਾ ਨਹੀਂ ਹੈ। ਬਿਲਕੁਲ ਅਸੀਂ ਸਰਕਾਰਾਂ ਤੇ ਰਿਲਾਈ ਨਹੀਂ ਕਰ ਸਕਦੇ, ਚਾਹੇ ਉਹ ਕੈਨੇਡਾ ਦੀਆਂ ਹੋਣ ਜਾਂ ਪੰਜਾਬ ਦੀਆਂ ਹੋਣ। ਪੰਜਾਬ ਸਰਕਾਰ ਤਾਂ ਇਹ ਕਹਿੰਦੀ ਹੈ, NRI ਮਿਨਿਸਟਰ ਕੁਲਦੀਪ ਸਿੰਘ ਧਾਲੀਵਾਲ ਕਹਿੰਦੇ ਨੇ ਅਸੀਂ ਐਜ਼ ਅ ਸਬਜੈਕਟ ਆਇਲਸ ਨੂੰ ਕਾਲਜਸ ਦੇ ਵਿੱਚ ਪੜਾਵਾਂਗੇ ਤਾਂ ਕਿ ਬੱਚਿਆਂ ਨੂੰ ਬਾਹਰੋਂ ਫਰਾਡ ਤੋਂ ਬਚਾਇਆ ਜਾ ਸਕੇ। ਯਾਨੀ ਸਰਕਾਰ ਵੀ ਇਹ ਕਲੀਅਰ ਹੈਗੀ ਹੈ ਕਿ ਅਸੀਂ ਬੱਚਿਆਂ ਨੂੰ ਇੱਥੇ ਨਾ ਰੱਖੀਏ, ਬਾਹਰ ਭੇਜ ਦਈਏ, ਆਪਣੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਈਏ। ਜੀ ਬਿਲਕੁਲ, ਸਰਕਾਰ ਨੂੰ ਤਾਂ ਪੁੱਠਾ ਕਰਨਾ ਚਾਹੀਦਾ ਵੀ ਮਾਹੌਲ ਇਹੋ ਜਿਹਾ ਹੋਵੇ ਵੀ ਜਿਹੜੇ ਬਾਹਰ ਵੀ ਗਏ ਉਹ ਵਾਪਸ ਆਉਣੇ ਚਾਹੀਦੇ ਨੇਗੇ। ਜਾਂ ਜੇ ਉਹਨਾਂ ਨੂੰ ਔਖ ਲੱਗ ਰਹੀ ਹੈ ਉਰੇ ਦੇ ਅੱਜ ਕੱਲ੍ਹ ਦੇ ਲਾਈਫ ਸਟਾਈਲ 'ਚ, ਕਿਉਂਕਿ ਇੰਨੀ ਮਹਿੰਗਾਈ ਹੋ ਗਈ ਹੈ, ਤਾਂ ਉਹ ਆਪਣੇ ਵਾਪਸ ਘਰ ਆ ਕੇ ਕੰਮ ਸ਼ੁਰੂ ਕਰ ਸਕਦੇ। ਕਿਸ ਤਰ੍ਹਾਂ ਇਹੋ ਜਿਹਾ ਸਿਸਟਮ ਬਣਾਉਣਾ ਚਾਹੀਦਾ, ਉਹਨੂੰ ਵਿਸ਼ਵਾਸ ਹੋਵੇ ਜੇ ਅਸੀਂ ਵਾਪਸ ਜਾਵਾਂਗੇ, ਆਪਦਾ ਕੋਈ ਵੀ ਕੰਮ ਕਰਦੇ ਸਾਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰੂਗਾ। ਇਹ ਗੱਲ ਭਗਵੰਤ ਮਾਨ ਨੇ ਕਿਹਾ ਵੀ ਹੈ। ਪਹਿਲਾਂ ਸੁਖਬੀਰ ਬਾਦਲ ਵੀ ਕਹਿੰਦੇ ਸੀਗੇ ਵੀ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਾਂਗੇ। ਇਹ ਗੱਲਾਂ ਹੀ ਨੇ, ਬਹੁਤ ਔਖਾ ਹੈ ਇਹ ਸਿਸਟਮ। ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ। ਦੇਖੋ ਬਹੁਤ ਸਾਰੇ ਬੱਚੇ ਅੱਜ ਕੱਲ੍ਹ ਜਾ ਵੀ ਰਹੇ ਨੇ, ਵਾਪਸ ਮੂਵ ਵੀ ਕਰ ਰਹੇ ਨੇ, ਰਿਵਰਸ ਮਾਈਗ੍ਰੇਸ਼ਨ ਹੋ ਵੀ ਰਹੀ ਹੈ, ਇਹਦੇ 'ਚ ਕੋਈ ਡਿਨਾਈ ਨਹੀਂ ਹੈਗਾ। ਕਿਉਂਕਿ ਕੈਨੇਡੀਅਨ ਲਾਈਫ, ਜੋ ਕੈਨੇਡੀਅਨ ਡ੍ਰੀਮ ਸੀ, ਉਹ ਬਹੁਤ ਟਫ ਹੋ ਗਿਆ। ਉਹਦੇ 'ਚ ਬਹੁਤ ਜ਼ਿਆਦਾ ਮਹਿੰਗਾਈ ਆ ਗਈ ਹੈ। ਉਹਦੇ 'ਚ ਬਹੁਤ ਸਾਰੇ, ਜਦੋਂ ਤੁਸੀਂ ਇੱਕ ਸਾਈਕਲ 'ਚ ਫਸ ਜਾਂਦੇ ਹੋ ਵੀ ਤੁਹਾਨੂੰ ਇੰਨਾ ਪੇ ਦੇਣਾ ਹੀ ਦੇਣਾ ਹੈਗਾ, ਤਾਂ ਬਹੁਤ ਸਾਰੇ ਜਿਹੜੇ ਬੱਚੇ ਉਹ ਕਹਿ ਰਹੇ ਵੀ ਯਾਰ ਅਸੀਂ ਇਹ ਮਿਹਨਤ ਉੱਥੇ ਕਰ ਲਾਂਗੇ। ਹੁਣ ਕਈ ਵਾਰ ਅੰਮ੍ਰਿਤ ਸਾਰੀ ਗੱਲ ਰਿਅਲਾਈਜੇਸ਼ਨ ਤੇ ਅਪਰੋਚ ਸੈੱਟ ਕਰਨ ਦੀ ਹੁੰਦੀ ਹੈ ਲਾਈਫ 'ਚ। ਉੱਥੇ ਕਿਉਂਕਿ ਆਪਣਾ ਕੰਫਰਟ ਜ਼ੋਨ ਹੈ, ਬਹੁਤ ਸਾਰੀ ਆਪਾਂ ਕਲੈਰਿਟੀ ਨਹੀਂ ਇਸ ਬਾਰੇ ਨਹੀਂ ਸੋਚਦੇ, ਗਰੋਥ ਬਾਰੇ ਨਹੀਂ ਸੋਚਦੇ। ਅਸੀਂ ਸੋਚਦੇ ਹਾਂ ਵੀ ਜਦੋਂ ਬੰਦਾ ਇੱਕ ਅਨਯੂਜੂਅਲ ਸਰਕਮਸਟੈਂਸਿਸ 'ਚ ਆ ਜਾਂਦਾ, ਸਿਚੁਏਸ਼ਨ 'ਚ ਆ ਜਾਂਦਾ ਜਿੱਥੋਂ ਦਾ ਕੰਫਰਟ ਲੈਵਲ ਨਹੀਂ ਹੈ, ਉਹ ਜ਼ਿੰਮੇਵਾਰ ਵੀ ਹੋ ਜਾਂਦਾ, ਉਹ ਅਵੇਅਰ ਵੀ ਹੋ ਜਾਂਦਾ ਆਪਣੇ ਬਾਰੇ, ਤੇ ਉਹ ਆਪਣੇ ਫੇਲੀਅਰਸ ਤੋਂ ਬਾਅਦ ਆਪਣੇ ਉੱਤੇ ਡਿਪੈਂਡੈਂਟ ਹੋ ਜਾਂਦਾ, ਕਿਸੇ ਹੋਰ ਤੇ ਡਿਪੈਂਡੈਂਟ ਨਹੀਂ, ਆਪਣੇ ਇੰਡੀਵਿਜੂਅਲ ਤੌਰ ਤੇ ਡਿਪੈਂਡੈਂਟ ਹੋ ਜਾਂਦਾ, ਤੇ ਫਿਰ ਉਹ ਅੱਗੇ ਵੱਧਦਾ, ਗਰੋਥ ਦੇਖਦਾ। ਤੇ ਜਦੋਂ ਉਹਦੇ ਅੰਦਰ ਇਹੋ ਜਿਹਾ ਕੌਨਫੀਡੈਂਸ ਪੈਦਾ ਹੋ ਜੇ, ਤੁਹਾਨੂੰ ਐਂ ਲੱਗਦਾ ਯਾਰ ਇਹ ਕੰਮ ਮੈਂ ਇੰਡੀਆ ਵੀ ਕਰ ਸਕਦਾ, ਪੰਜਾਬ 'ਚ ਵੀ ਕਰ ਸਕਦਾ, ਮਾਂ-ਪਿਓ ਕੋਲ ਰਹਿ ਕੇ ਵੀ ਕਰ ਸਕਦਾ। ਮੈਨੂੰ ਪਤਾ ਲੱਗ ਗਿਆ, ਮੈਨੂੰ ਡਾਇਰੈਕਸ਼ਨ ਮਿਲ ਗਈ ਹੈ। ਤਾਂ ਕੈਨੇਡਾ ਨੇ ਇੱਕ ਚੀਜ਼ 'ਚ ਹੈਲਪ ਕੀਤੀ ਹੈ, ਜਿਹੜੇ ਬੱਚੇ ਉੱਥੇ ਥੋੜੇ ਜਿਹੇ ਵਿਹਲੇ ਰਹਿ ਲੈਂਦੇ ਸੀ ਜਾਂ ਉਹਨਾਂ ਨੂੰ ਕੋਈ ਡਾਇਰੈਕਸ਼ਨ ਲੈਸ ਹੁੰਦੇ ਸੀ, ਉਰੇ ਆ ਕੇ ਮਿਹਨਤ ਕਰਕੇ ਫੇਲੀਅਰਸ ਦੇਖ ਕੇ, ਆਪਣੀ ਉਸ ਫੇਲੀਅਰਸ ਬਾਅਦ ਸਕਸੈਸ ਦੇਖ ਕੇ ਉਹਨਾਂ ਦੇ ਅੰਦਰ ਆਤਮ ਵਿਸ਼ਵਾਸ, ਕੌਨਫੀਡੈਂਸ ਬਣ ਜਾਂਦਾ ਹੈ ਕਿ ਉਹ ਕੋਈ ਵੀ ਚੀਜ਼ ਅਚੀਵ ਕਰ ਸਕਦੇ ਨੇ, ਵੀ ਇਹਦੇ ਪ੍ਰੋਸੈਸ ਤੋਂ ਅਸੀਂ ਨਿਕਲੀਏ ਤੇ ਅਸੀਂ ਵਾਪਸ ਜਾਈਏ, ਉੱਥੇ ਆਪਣਾ ਕਾਰੋਬਾਰ ਸ਼ੁਰੂ ਕਰ ਲਾਂ। ਬਹੁਤ ਸਾਰੇ ਸਕਸੈਸਫੁਲ ਇਹੋ ਜਿਹੇ ਕੇਸਿਸ ਵੀ ਨੇ। ਔਰ ਮੈਨੂੰ ਲੱਗਦਾ ਕਿ ਇੰਡੀਆ ਦੀ ਦੁਹਾਈ ਦਿੱਤੀ ਜਾਂਦੀ ਹੈ ਕਿ ਜਿੰਨੇ ਸਾਡੇ ਇੰਜੀਨੀਅਰ ਨੇ ਸਾਡੇ ਵਰਲਡ ਵਾਈਡ, ਸਾਡੇ ਫੇਮਸ ਇੰਜੀਨੀਅਰ ਨੇ ਜਿਨ੍ਹਾਂ ਨੂੰ ਬਾਹਰਲੇ ਮੁਲਕ ਲੈ ਕੇ ਜਾਂਦੇ ਨੇ, ਔਰ ਜੇ ਬਾਹਰ ਆਉਣਾ ਹੀ ਹੈ ਫਿਰ ਅਸੀਂ ਸਿਰਫ ਕੈਨੇਡਾ ਅਮਰੀਕਾ ਕਿਉਂ ਚੁਣਿਆ? ਅਸੀਂ ਕਿਉਂ ਕਦੀ ਜਾਪਾਨ ਦੀ ਗੱਲ ਨਹੀਂ ਕਰਦੇ, ਜਿਹੜੀ ਸਭ ਤੋਂ ਫਰਸਟ ਨੰਬਰ ਤੇ ਕੰਟਰੀ ਹੈ, ਜਦੋਂ ਪਾਸਪੋਰਟ ਮਿਲਣਾ ਇੰਨਾ ਮੁਸ਼ਕਿਲ ਹੈ। ਸੋ ਅਸੀਂ ਆਪਣੇ ਮਾਈਂਡ ਨੂੰ ਵਾਈਡ ਜ਼ਰੂਰ ਕਰੀਏ। ਅਸੀਂ ਹਜੇ ਵੀ ਕਹਿੰਦੇ ਹਾਂ ਕਿ ਅਸੀਂ ਵੀ ਇੱਥੇ ਬੈਠੇ ਹੋਏ ਹਾਂ, ਅਸੀਂ ਸਵਾਗਤ ਕਰਦੇ ਹਾਂ, ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਕਮਿਊਨਿਟੀ ਵੀ ਸਾਡੇ ਕੋਲ ਹੋਰ ਹੋਵੇ, ਪਰ ਜ਼ਰੂਰ ਆਉਣ ਤੋਂ ਪਹਿਲਾਂ ਇਹ ਜ਼ਰੂਰ ਦੇਖੋ ਕਿ ਤੁਸੀਂ ਕਿਸ ਲੈਵਲ ਤੇ ਜਾ ਰਹੇ ਹੋ, ਕਿਉਂਕਿ ਜਿਹੜੇ ਲੈਵਲ ਤੋਂ ਤੁਸੀਂ ਉੱਥੋਂ ਆਓਗੇ ਉਸੇ ਲੈਵਲ ਤੋਂ ਤੁਹਾਨੂੰ ਇੱਥੋਂ ਸ਼ੁਰੂਆਤ ਕਰਨੀ ਪਵੇਗੀ। ਸੋ ਆਪਣੇ ਆਪ ਨੂੰ ਇੰਨੇ ਕੁ ਜ਼ਿਆਦਾ ਕੌਨਫੀਡੈਂਟ, ਇੰਨੇ ਕੁ ਜ਼ਿਆਦਾ ਕੈਪੇਬਲ ਜ਼ਰੂਰ ਬਣਾ ਕੇ ਆਓ ਕਿ ਆ ਕੇ ਤੁਹਾਨੂੰ ਆਪਣੀ ਪਛਾਣ ਬਣਾਉਣ ਦੇ ਵਿੱਚ ਸਟਰਗਲ ਤਾਂ ਕਰਨਾ ਪਵੇ, ਪਰ ਉਹ ਸਟਰਗਲ ਕਿਤੇ ਜ਼ਿੰਦਗੀ ਭਰ ਦਾ ਸਟਰਗਲ ਬਣ ਕੇ ਨਾ ਰਹਿ ਜਾਵੇ। ਇਹ ਜ਼ਰੂਰ ਯਾਦ ਰੱਖਿਓ। ਸ਼ੁਭਕਰਮਨ, ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਅੰਮ੍ਰਿਤ।